भाग जिहड़ा आपां गल करनी है, ये होया क्यों साडे नाल। ਇਹਦੇ ਦੋਸ਼ੀ ਸਾਨੂੰ ਪਤਾ ਹੈ ਕੌਣ ਕੌਣ ਹੈਗੇ ਸਨ, ਪਰ ਇਹਦਾ ਕਨਕਲੂਜਨ ਹੈ ਸਾਡੇ ਨਾਲ ਹੋਇਆ ਕਿਉਂ, ਵਾਈ ਦਿਸ ਹੈਪਨਡ ਵਿਦ ਅਸ। ਜਿੱਦਾਂ ਡਾਕਟਰ ਸਾਹਿਬ ਦੱਸ ਕੇ ਗਏ ਆ, ਅਸੀਂ ਜੂਜ਼ ਨਾਲ ਕਾਫੀ ਸਿਮਿਲੈਰਿਟੀਜ਼ ਹੈਗੀਆਂ ਸਾਡੀਆਂ, ਅਸੀਂ ਉਹਨਾਂ ਤੋਂ ਉਹਨਾਂ ਦੇ ਨਾਲ ਜਿਹੜਾ ਜੈਨੋਸਾਈਡ ਹੋਇਆ ਉਹ ਤੋਂ ਆਪਾਂ ਸਿੱਖ ਲੈ ਸਕਦੇ ਹਾਂ। ਅਤੇ ਇਹ ਜ਼ਰੂਰੀ ਨਹੀਂ ਕਿ ਜੈਨੋਸਾਈਡ ਸਾਡੇ ਨਾਲ ਹੀ ਹੋਇਆ, ਦੁਨੀਆ ਦੇ ਵਿੱਚ ਕਈ ਜਗ੍ਹਾ ਜੈਨੋਸਾਈਡ ਹੋਇਆ, ਅਰਮੇਨੀਆ 'ਚ ਹੋਇਆ, ਹੇਟੀ 'ਚ ਹੋਇਆ, ਕਈ ਜਗ੍ਹਾ ਹੋਇਆ ਵਾ। ਆਪਾਂ ਜੇ ਵਰਲਡ ਹਿਸਟਰੀ ਪੜ੍ਹੀਏ ਤਾਂ ਉਹਨਾਂ ਤੋਂ ਸਿੱਖ ਲਈਏ ਕਿ ਅਸੀਂ ਕਿੱਦਾਂ ਰਿਐਕਟ ਕਰਨਾ ਵਾ ਐਸੇ ਜੈਨੋਸਾਈਡ ਨੂੰ। ਔਰ ਜਿਹੜੀ ਗੱਲ ਕਹੀ ਜਾਂਦੀ ਹੈ ਕਿ ਇਹ ਅਚਾਨਕ ਹੋ ਗਿਆ, ਇਹ ਅਚਾਨਕ ਨਹੀਂ ਹੋਇਆ ਸੀ। ਡਾਕਟਰ ਸਾਹਿਬ ਨੇ ਤਾਂ 84 ਜੂਨ ਦੀ ਜ਼ਿਕਰ ਕੀਤਾ, ਮੈਂ ਹੋਰ ਇਸ ਤੋਂ ਪਿੱਛੇ ਜਾਣਾ ਚਾਹੂੰਗਾ। ਇਹ 47 ਤੋਂ ਹੀ ਸ਼ੁਰੂ ਹੋ ਗਿਆ ਸੀ, ਜਦੋਂ 45 ਦਿਨ ਬਾਅਦ ਹੀ ਤੁਹਾਨੂੰ ਜੁਰਾਇਨ ਪੇਸ਼ਾ ਕਹਿ ਦਿੱਤਾ ਗਿਆ ਸੀ। ਇਹ ਜੈਨੋਸਾਈਡ ਦਾ ਪਹਿਲਾ ਲੱਛਣ ਸੀ। 1950 'ਚ ਜਦੋਂ ਕੌਨਸਟੀਟਿਊਸ਼ਨ ਬਣਾਇਆ ਗਿਆ ਅਤੇ ਤੁਹਾਡੀ ਆਇਡੈਂਟੀਟੀ ਖਤਮ ਕਰਕੇ ਤੁਹਾਨੂੰ ਹਿੰਦੂ ਦਰਸਾਇਆ ਗਿਆ, ਇਹ ਦੂਸਰਾ ਲੱਛਣ ਸੀ ਉਹਦਾ। 1966 'ਚ ਜਦੋਂ ਭਾਖੜਾ ਬੋਰਡ ਬਣਾ ਕੇ ਸੈਂਟਰ ਨੇ ਆਪਣੇ ਹੱਥ 'ਚ ਲੈ ਲਿਆ, ਇਹ ਤੀਜਾ ਲੱਛਣ ਸੀ। ਜਦੋਂ ਪੰਜਾਬ ਨੂੰ ਡਿਵਾਈਡ ਕਰਕੇ ਛੋਟਾ ਗਿਆ, ਇਹ ਵੀ ਇੱਕ ਲੱਛਣ ਸੀ। ਅਤੇ ਜਿਊਜ਼ ਨਾਲ ਜਦੋਂ ਹੁੰਦਾ ਸੀ ਜਰਮਨੀ ਦੇ ਵਿੱਚ, ਕਿ ਜਦੋਂ 1932 'ਚ ਕਾਨੂੰਨ ਬਣਨ ਲੱਗ ਗਏ ਸੀ, ਉਹਨਾਂ ਨੂੰ ਲੱਗਿਆ ਸੀ ਚਲੋ ਇੱਕ ਛੋਟਾ ਜਿਹਾ ਕਾਨੂੰਨ ਨਾਲ ਥੋੜ੍ਹਾ ਜਿਹਾ ਕੰਪਰੋਮਾਈਜ਼ ਕਰ ਲੈਂਦੇ ਹਾਂ ਆਪਾਂ। ਇਹ ਲੱਛਣ ਪਹਿਲਾਂ ਹੀ ਦਿਖਾਈ ਦੇਣ ਲੱਗ ਜਾਂਦੇ ਨੇ। ਜਿਹੜਾ ਸਿੱਖਾਂ ਨੇ ਇੱਕ ਇਲੂਜ਼ਨ ਪਾਲਿਆ ਸੀ, ਉਹਦਾ ਇਹ ਇਲੂਜ਼ਨ ਸਭ ਤੋਂ ਵੱਡਾ ਕਾਰਨ ਸੀ ਇੱਕ ਜੈਨੋਸਾਈਡ ਦਾ। ਅਸੀਂ ਇੱਕ ਇਲੂਜ਼ਨ ਪਾਲੇ ਬੈਠੇ ਸੀ ਕਿ ਅਸੀਂ 83% ਕੁਰਬਾਨੀਆਂ ਕੀਤੀਆਂ ਇੰਡੀਆ ਦੀ ਆਜ਼ਾਦੀ 'ਚ। ਸੋ ਵਾਟ। ਦੂਸਰਾ ਅਸੀਂ ਇਲੂਜ਼ਨ ਪਾਲਿਆ ਸੀ ਕਿ ਸਾਡਾ 9 ਮਾਸ ਦਾ ਰਿਸ਼ਤਾ ਵਾ, ਇਹ ਵੀ ਇਲੂਜ਼ਨ ਸੀ ਸਾਡਾ। ਤੀਸਰਾ ਇਲੂਜ਼ਨ ਸੀ ਕਿ ਅਸੀਂ ਇੰਡੀਆ ਦੀ ਬ੍ਰੈਡ ਬਾਸਕਟ ਹਾਂ, ਇਹ ਵੀ ਇਲੂਜ਼ਨ ਸੀ ਸਾਡਾ। ਤੁਸੀਂ ਉਗਾਈ ਜਾਓ, ਹੂ ਕੇਅਰਸ। ਤੁਸੀਂ ਅੱਜ ਉਗਾ ਕੇ ਦੇਖ ਲਿਆ, ਤੁਸੀਂ ਆਪਣੀ ਧਰਤੀ ਨੂੰ ਬੰਜਰ ਕਰ ਲਿਆ, ਤੁਹਾਡਾ ਪਾਣੀ ਲੁੱਟਿਆ ਗਿਆ, ਅਸੀਂ ਆਪਣੇ ਆਪ ਨੂੰ ਨੁਕਸਾਨ ਪਹੁੰਚਾਇਆ ਸਿਰਫ ਉਹਨਾਂ ਦੀ ਨਜ਼ਰਾਂ 'ਚ ਚੰਗੇ ਬਣਨ ਵਾਸਤੇ ਕਿ ਅਸੀਂ ਤੁਹਾਡੇ ਨਾਲ ਹਾਂ ਜੀ, ਅਸੀਂ ਤੁਹਾਨੂੰ ਬ੍ਰੈਡ ਦਿੰਦੇ ਹਾਂ। ਸੋ ਵਾਟ, ਦੇ ਡੋਂਟ ਕੇਅਰ। ਚੌਥਾ ਜਿਹੜਾ ਸੀ ਕਿ ਅਸੀਂ ਉਹਨਾਂ ਦੇ ਰਖਵਾਲੇ ਹਾਂ, ਅਸੀਂ ਬਾਰਡਰਾਂ 'ਤੇ ਲੜਦੇ ਹਾਂ। ਸੋ ਵਾਟ, ਤੁਸੀਂ 2% ਹੋ, ਵੋਟਾਂ 'ਚ ਤੁਸੀਂ ਕੋਈ ਡਿਸਾਈਡ ਨਹੀਂ ਕਰ ਸਕਦੇ, ਤੁਹਾਡਾ ਕੋਈ ਡਿਸਾਈਡਿੰਗ ਫੈਕਟਰ ਨਹੀਂ। ਤੁਹਾਡੇ ਕੋਲ ਸਿਰਫ 13 ਸੀਟਾਂ ਪੰਜਾਬ 'ਚ, 13 ਦੇ 13 ਵੀ ਕੋਈ ਪੰਥਕ ਜਾਂ ਕੋਈ ਖਾਲਿਸਤਾਨੀ ਸੋਚ ਵਾਲੇ ਬੰਦੇ ਜਿੱਤ ਜਾਣ, ਫਿਰ ਵੀ ਕੋਈ ਫਰਕ ਨਹੀਂ ਪੈਂਦਾ ਇੰਡੀਆ ਨੂੰ, ਕਿਉਂਕਿ ਡੈਮੋਕ੍ਰੇਸੀ ਦਾ ਜ਼ਮਾਨਾ ਵਾ। ਉਹਦੇ ਵਿੱਚ ਤੁਹਾਡੀ ਕਾਬਲੀਅਤ ਨਹੀਂ ਦੇਖੀ ਜਾਂਦੀ, ਤੁਹਾਡੇ ਕਿੰਨੇ ਸਿਰ ਆ ਇਹ ਦੇਖੇ ਜਾਂਦੇ ਨੇ। ਹੁਣ ਸਾਨੂੰ ਇਹ ਸਮਝਣਾ ਪਊਗਾ ਕਿ ਇਹ ਸਾਡਾ ਜਿਹੜਾ ਰਾਜ ਕਰਨ ਵਾਲਾ ਮੈਜੋਰਿਟੀ ਹਿੰਦੂ ਹੈ, ਉਹਦੇ ਵਿੱਚ ਜਿਹੜੀ ਇੰਪਲਸ ਕੰਮ ਕਰ ਰਹੀ ਸੀ, ਜੈਨੋਸਾਈਡਲ ਇੰਪਲਸ ਕੰਮ ਕਰ ਰਹੀ ਸੀ। ਜੇ ਇਹ ਮੈਨੂੰ ਇੱਕ ਬਹੁਤ ਚੰਗੀ ਗੱਲ ਯਾਦ ਆ, ਜਦੋਂ 82-83 ਦੇ ਵਿੱਚ ਸਾਨੂੰ ਪੰਜਾਬ ਤੋਂ ਚਿੱਠੀਆਂ ਆਉਂਦੀਆਂ ਸੀ ਨਾ ਸਿੰਘਾਂ ਦੀਆਂ, ਉਹ ਸਿੰਘ ਜੁਝਾਰੂ ਸਿੰਘ ਲਿਖਦੇ ਹੁੰਦੇ ਸੀ ਕਿ ਭਾਈ ਸਾਹਿਬ ਆਪਣਾ ਧਿਆਨ ਰੱਖਿਓ ਕਿਉਂਕਿ ਇਹੋ ਜਿਹਾ ਹੱਲਾ ਹੋ ਸਕਦਾ। ਅਤੇ ਮੈਨੂੰ ਯਾਦ ਆ ਮੇਰੇ ਡੈਡੀ ਦੇ ਬੜੇ ਪਿਆਰੇ ਮਿੱਤਰ ਸਨ ਭਾਈ ਅਮਰਜੀਤ ਸਿੰਘ ਜੀ, ਉਹ ਨਾਲ ਮਜ਼ਾਕ ਮੇਰੇ ਡੈਡੀ ਨੇ ਪੜ੍ਹ ਕੇ ਸੁਣਾਈ, ਮੈਨੂੰ ਅੱਜ ਵੀ ਯਾਦ ਆ। ਉਹ ਮਜ਼ਾਕ ਕਰਦੇ ਸੀਗੇ, ਇਹ ਧੋਤੀਆਂ ਵਾਲੇ ਸਾਨੂੰ ਮਾਰਨਗੇ। ਇਹ ਇਲੂਜ਼ਨ ਸੀ। ਜਿੱਦਾਂ ਡਾਕਟਰ ਸਾਹਿਬ ਦੱਸ ਕੇ ਗਏ ਨੇ ਕਿ ਇੱਕ ਤਾਂ ਜਿਹੜੇ ਹੁਕਮਰਾਨ ਹੁੰਦੇ ਨੇ ਉਹਨਾਂ 'ਤੇ ਜੈਨੋਸਾਈਡ ਇੰਪਲਸ ਹੁੰਦੀ ਆ, ਪਰ ਜਿਹੜੇ ਆਮ ਜਨਤਾ ਉਹਨਾਂ ਨਾਲ ਮਿਲ ਕੇ ਕਰਦੀ ਹੈ, ਉਹ ਵੀ ਫਿਰ ਉਹਨਾਂ ਵਰਗੇ ਹੀ ਹੋ ਜਾਂਦੇ, ਜਿੱਦਾਂ ਡਾਕਟਰ ਸਾਹਿਬ ਦੱਸ ਕੇ ਗਏ ਨੇ। ਬਿਲਕੁਲ ਠੀਕ ਦੱਸ ਕੇ ਗਏ ਨੇ ਗੱਲ। ਸੋ ਜਿਹੜੀ ਡਿਸਕ੍ਰਿਮੀਨੇਸ਼ਨ ਸਿੱਖਾਂ ਨਾਲ 47 ਤੋਂ ਹੋਣੀ ਸ਼ੁਰੂ ਹੋ ਗਈ ਸੀ, ਇਹ ਜੀਨੋਸਾਈਡਲ ਇੰਪਲਸ, ਕਿਉਂਕਿ ਜਿਹੜੇ ਆ ਜੀਨੋਸਾਈਡਸ ਹੁੰਦੇ ਆ ਰੋਜ਼-ਰੋਜ਼ ਨਹੀਂ ਹੁੰਦੇ, ਇਹ ਕਤਲੇਆਮ ਡੇਲੀ ਨਹੀਂ ਹੁੰਦੇ, ਇਹ ਇੱਕ ਧੀਰੇ ਧੀਰੇ ਭਰ ਕੇ ਗੱਲ ਭਰੀ ਜਾਂਦੀ ਆ। ਹੁਣ ਤੁਸੀਂ ਦੇਖ ਲਓ 80 ਤੋਂ ਲੈ ਕੇ 84 ਤੱਕ ਜੋ ਨਿਊਜ਼ ਇੰਡੀਆ ਦੇ ਖਬਰਾਂ ਦਿੰਦੀਆਂ ਸੀ, ਸਿੱਖ ਟੈਰਰਿਸਟ ਉਹ ਇੱਕ ਭੜਕਾਊ ਕੰਮ ਹੋ ਰਿਹਾ ਸੀ ਕਿ ਜਿਹੜਾ ਮੈਜੋਰਿਟੀ ਨੂੰ ਇਹ ਭੜਕਾਇਆ ਜਾ ਰਿਹਾ ਸੀ ਕਿ ਇਹ ਸਿੱਖ ਐਂਟੀ ਇੰਡੀਅਨ, ਜਦ ਕਿ ਸਿੱਖਾਂ ਨੇ ਐਂਟੀ ਇੰਡੀਆ ਕੋਈ ਕੰਮ ਨਹੀਂ ਕੀਤਾ ਸੀ। ਜੇ ਆਨੰਦਪੁਰ ਦੇ ਮਤੇ ਨੂੰ ਵੀ ਆਪਾਂ ਪੜ੍ਹੀਏ, ਉਹਦੇ ਵਿੱਚ ਕੀ ਸੀ ਕਿ ਦਰਬਾਰ ਸਾਹਿਬ ਸਾਨੂੰ ਇੱਕ ਟਰਾਂਸਮਿਟਰ ਲਵਾ ਦਿਓ, ਹੁਣ ਲੱਗਾ ਹੀ ਆ, ਟਰਾਂਸਮਿਟ ਹੁੰਦਾ ਹੀ ਆ। ਪਰ ਜਿਹੜੀ ਸੱਤਾ 'ਤੇ ਕਾਬਜ਼ ਮੈਜੋਰਿਟੀ ਧਿਰ ਸੀ, ਉਹਦੇ ਵਿੱਚ ਇੱਕ ਹੰਕਾਰ ਆ ਗਿਆ ਸੀ। ਇੱਕ ਹੰਕਾਰ ਆ ਗਿਆ ਨਹੀਂ ਸੀ, ਅਜੇ ਵੀ ਹੈਗਾ ਵਾ।
ਜੇ ਤੁਸੀਂ ਅੱਜ ਵੀ ਟੀਵੀ ਚੈਨਲ ਦੇਖੋ, ਕਿੰਨਾ ਗੁੱਸਾ ਵਾ, ਕਿੰਨਾ ਵਿਰੋਧ ਆ ਸਿੱਖਾਂ ਤੇ ਮੁਸਲਮਾਨਾਂ ਦੇ ਪ੍ਰਤੀ, ਉਹ ਇਹ ਜੈਨੋਸਾਈਡਲ ਇੰਪਲਸ ਨੂੰ ਪ੍ਰੂਵ ਕਰਦਾ ਕਿ ਉਹਨਾਂ 'ਚ ਅੱਜ ਵੀ ਜੈਨੋਸਾਈਡਲ ਇੰਪਲਸ ਆ। ਕੱਲੇ ਕੱਲੇ ਨਾਲ ਉਹ ਤੁਹਾਡੇ ਨਾਲ ਨਹੀਂ ਲੜ ਸਕਦੇ, ਨਾ ਉਹ ਮੁਸਲਮਾਨਾਂ ਨਾਲ ਲੜ ਸਕਦੇ, ਕੱਲੇ ਕੱਲੇ 1 to 1 ਉਹ ਇੱਕ ਕਾਵਰਡ ਤਰੀਕੇ ਨਾਲ ਇੱਕ ਹਜੂਮ ਬਣਾ ਕੇ ਮਾਰਦੇ ਨੇ ਤੁਹਾਨੂੰ। ਅਸੀਂ ਇਹ ਨਾ ਸਮਝੀਏ ਕਿ ਕਾਂਗਰਸ ਆ ਗਈ ਤੇ ਇੰਡੀਆ 'ਚ ਡੈਮੋਕ੍ਰੇਸੀ ਹੋ ਗਈ ਤੇ ਬੀਜੇਪੀ ਆ ਗਈ ਤੇ ਫੈਸਿਜ਼ਮ ਆ ਗਿਆ, ਇੱਦਾਂ ਕੁਛ ਨਹੀਂ ਆ। ਇਜ਼ ਜਸਟ ਦ ਸੇਮ ਕੋਇਨ, ਟੂ ਸਾਈਡਸ ਆਫ ਦ ਕੋਇਨ, ਦੇਰ ਇਜ਼ ਨੋ ਡਿਫਰੈਂਸ। 1984 'ਚ ਜੋ ਦਿੱਲੀ 'ਚ, ਕਾਨਪੁਰ ਤੇ ਬਾਕੀ ਸਟੇਟਾਂ 'ਚ ਹੋਇਆ, 2002 'ਚ ਸੇਮ ਚੀਜ਼ ਰਿਪੀਟ ਕੀਤੀ ਗਈ। ਕਾਰਨ ਕਿਉਂਕਿ 84 ਵਾਲਿਆਂ ਨੂੰ ਸਜ਼ਾ ਨਹੀਂ ਦਿੱਤੀ ਸੀ, ਉਹਨਾਂ ਨੂੰ ਪਤਾ ਸੀ ਹੋਣਾ ਕੁਛ ਨਹੀਂ। ਤੇ ਜਿਹੜਾ ਬੀਜੇਪੀ ਜਾਂ ਸਾਡੇ ਆਪਣੇ ਵੀ ਜਿਹੜੇ ਹੈਗੇ ਨੇ, ਸਿਰਸਾ ਸਾਹਿਬ, ਬਾਦਲ, ਅਕਾਲੀ ਦਲ ਦੇ, ਤੇ ਉਹ ਜਿਹੜੇ ਸਾਡੇ ਉਹਨਾਂ ਦੇ ਹੱਥ ਟੋਕੇ ਬਣੇ ਹੋਏ ਆ ਅੱਜ। ਜਿੱਦਾਂ ਡਾਕਟਰ ਸਾਹਿਬ ਨੇ ਕਿਹਾ, ਜਿਹੜੀਆਂ ਗੁਰਦੁਆਰੇ ਵਾਲੀਆਂ ਲਿਸਟਾਂ ਉਹ ਤੇ ਆਪਣਿਆਂ ਨੇ ਦਿੱਤੀਆਂ ਸੀ ਨਾ। ਸੋ ਜਿਹੜੇ ਸਾਡੇ ਆਪਣੇ, ਸਾਡੇ ਸਰੂਪ 'ਚ, ਸਾਡੇ ਹੀ ਸਰੂਪ, ਸਾਡੇ ਵਰਗੇ ਹੀ ਦਿਖਦੇ ਨੇ, ਪਰ ਹੱਥ ਟੋਕਾ ਉਹਨਾਂ ਦੇ ਨੇ, ਕੁਛ ਪਦਵੀਆਂ ਵਾਸਤੇ ਜਾਂ ਥੋੜ੍ਹੀ ਬਹੁਤ ਮਾਇਆ ਵਾਸਤੇ। ਕਾਰਨ ਤੇ ਇਹੀ ਹੈ ਨਾ, ਜਿਹੜੀ ਕੌਮ ਨਾਲ ਗੱਦਾਰੀ ਕਰ ਰਹੇ। ਇੱਕ ਗੱਲ ਮੈਂ ਜ਼ਰੂਰ ਸੋਚਦਾ ਹੁੰਦਾ ਕਿ ਸਾਡਾ ਜਿਹੜੀ ਕੌਮ ਆ ਉਹ ਇਹ ਦੇਖਦੀ ਕਿਉਂ ਨਹੀਂ। ਅਮਰਿੰਦਰ ਸਿੰਘ ਦਾ ਪਰਿਵਾਰ, ਜਦੋਂ ਸਾਰੀ ਕੌਮ ਅੰਗਰੇਜ਼ਾਂ ਦੇ ਖਿਲਾਫ ਲੜ ਰਹੀ ਸੀ, ਉਹ ਉਹਨਾਂ ਦੇ ਹੱਕ 'ਚ ਭੁਗਤ ਰਹੇ ਸਨ। ਜਦੋਂ ਅਸੀਂ ਆਪਣੀ ਲੜਾਈ ਲੜ ਰਹੇ ਸਾਂ, ਅਮਰਿੰਦਰ ਸਿੰਘ ਉਹਨਾਂ ਦੇ ਹੱਕ 'ਚ ਭੁਗਤ ਰਿਹਾ, ਅੱਜ ਵੀ ਭੁਗਤ ਰਿਹਾ। ਜਿਹੜੇ ਫਾਰਮਰਸ ਨੇ ਉਹ ਸੜਕਾਂ ਤੇ ਨੇ, ਉਹ ਅੱਜ ਵੀ ਉਹਨਾਂ ਦੇ ਹੱਕ 'ਚ ਭੁਗਤ ਰਿਹਾ। ਸਾਡੀ ਕੌਮ ਨੂੰ ਇਹ ਚੇਤਨਾ ਕਦੋਂ ਆਏਗੀ ਕਿ ਸਾਨੂੰ ਜਿਹੜੀ ਲੜਾਈ ਲੜਨੀ ਹੈ ਉਹ ਕਿੱਦਾਂ ਲੜਨੀ ਹੈ। ਹੁਣ ਭਾਵੇਂ ਸਾਡੇ ਪਾਣੀਆਂ ਦੇ ਮੋਰਚੇ ਲਾ ਲਓ, ਭਾਵੇਂ ਹੁਣ ਵੀ ਸਾਰੀ ਕੌਮ ਸੜਕਾਂ ਤੇ ਆ, ਫਾਰਮਰਸ ਦਾ ਜਿਹੜਾ ਮੁੱਦਾ ਚੱਲ ਰਿਹਾ ਵਾ, ਪਰ ਅਸੀਂ ਕਦ ਤੱਕ ਇਹ ਛੋਟੀਆਂ ਛੋਟੀਆਂ ਲੜਾਈਆਂ ਲੜਦੇ ਰਹਾਂਗੇ? ਕਿਉਂਕਿ ਸਾਨੂੰ ਤੇ ਪ੍ਰੋਬਲਮ ਬਹੁਤ ਆ। ਪ੍ਰੋਬਲਮ ਸਾਨੂੰ ਡਰੱਗਸ ਦੀ ਵੀ ਆ, ਕੈਂਸਰ ਫੈਲਿਆ ਹੋਇਆ, ਪਾਣੀ ਸਾਡਾ ਲੁੱਟ ਲਿਆ, ਜ਼ਮੀਨ ਸਾਡੀ ਬੰਜਰ ਕਰਤੀ ਪੈਸਟੀਸਾਈਡ ਪਾ ਪਾ ਕੇ। ਤੇ ਇਹ ਜਿਹੜੀ ਤਾਣੀ ਹੈ ਉਲਝੀ ਹੋਈ ਹੈ ਬਹੁਤ ਜਗ੍ਹਾ, ਤੇ ਤਾਣੀ ਨੂੰ ਜੋ ਬਹੁਤ ਉਲਝੀ, ਤੇ ਤੁਹਾਨੂੰ ਇੱਕ ਫਿਰ ਕੀ ਫੈਕਟਰ ਲੱਭਣਾ ਪੈਂਦਾ, ਉਹਦਾ ਸਿਰਾ ਲੱਭਣਾ ਪੈਂਦਾ, ਕਿੱਥੋਂ ਸੁਲਝਾਣੀ ਹੈ। ਤੇ ਜੇ ਇਸ ਤਾਣੀ ਨੂੰ ਜੇ ਸੁਲਝਾਉਣਾ ਵਾ, ਮੇਰੀ ਤੁੱਛ ਬੁੱਧੀ ਅਨੁਸਾਰ ਇਹਦਾ ਸੋਲੂਸ਼ਨ ਇੱਕ ਹੀ ਆ। ਜੇ ਤੁਸੀਂ ਜਿੰਨੇ ਮਰਜ਼ੀ ਕੇਸ ਲੜ ਲਓ, ਸੁਪਰੀਮ ਕੋਰਟ 'ਚ, ਹਾਈ ਕੋਰਟ 'ਚ, ਕੋਈ ਫਰਕ ਨਹੀਂ ਪੈਣਾ। ਹੁਣ ਤੁਹਾਨੂੰ ਉਹਨਾਂ ਨੇ ਪਿਛਲੇ ਸਾਲ ਦਿਖਾਇਆ ਹੀ ਆ, ਬਾਬਰੀ ਮਸਜਿਦ, ਇੱਕ ਪਾਸੇ ਕਹਿੰਦੇ ਕਿ ਜਿਹੜੀ ਬਾਬਰੀ ਮਸਜਿਦ ਸੀ ਉਹ ਢਾਉਣ ਵਾਲੇ ਆਹ ਲੋਕ ਸਨ, ਟੱਠੀ ਵੀ ਆ, ਪਰ ਕੋਈ ਕੇਸ ਨਹੀਂ ਕਿਸੇ ਤੇ, ਕੋਈ ਸਜ਼ਾ ਨਹੀਂ, ਸਾਰੇ ਫਾਰਗ। ਕੋਰਟ ਵੀ ਉਹਨਾਂ ਦੇ ਨੇ, ਸਰਕਾਰ ਵੀ ਉਹਨਾਂ ਦੀ ਨੇ। ਜੇ ਤੁਸੀਂ ਇਨਸਾਫ ਮੰਗਦੇ ਹੋ ਉਹਨਾਂ ਕੋਲ ਜਿਨ੍ਹਾਂ ਨੇ ਸਾਡੇ ਨਾਲ ਕੀਤਾ, ਜੇ ਕਿਸੇ ਸਿੱਖ ਨੂੰ ਇਹ ਭਰਮ ਭੁਲੇਖਾ ਹੈਗਾ ਕਿ ਬੀਜੇਪੀ ਜਾਂ ਸ਼੍ਰੋਮਣੀ ਅਕਾਲੀ ਦਲ, ਜਿਹੜਾ ਬੀਜੇਪੀ ਦਾ ਭਾਈਵਾਲ ਪਾਰਟੀ ਆ, ਤੁਹਾਨੂੰ ਇਨਸਾਫ ਦਿਵਾ ਦੇਗਾ, ਤੇ ਤੁਸੀਂ ਇਲੂਜਨ 'ਚ ਹੀ ਹੋ ਅਜੇ ਵੀ। ਇਹ ਤੁਹਾਨੂੰ ਕਦੀ ਇਨਸਾਫ ਨਹੀਂ ਦਿਵਾ ਸਕਦੇ। ਇਨਸਾਫ ਤੁਹਾਨੂੰ ਆਪੇ ਹੀ ਲੈਣਾ ਪੈਣਾ, ਕੋਈ ਕਿਸੇ ਨੂੰ ਇਨਸਾਫ ਨਹੀਂ ਦਿਵਾ ਸਕਦਾ। ਇਨਸਾਫ ਤੁਹਾਨੂੰ ਆਪਣੇ ਲੈਣਾ ਪੈਣਾ, ਜਿੱਦਾਂ ਜੂਜ਼ ਨੇ ਲਿਆ। ਜੇ ਸੈਕੰਡ ਵਰਲਡ ਵਾਰ ਦੇ ਟਾਈਮ ਉਹਨਾਂ ਤੇ ਜੈਨੋਸਾਈਡ ਹੋਇਆ, 1939 'ਚ ਉਹਨਾਂ ਦਾ ਆਪਣਾ ਰਾਜ, ਉਹਨਾਂ ਨੇ ਆਪਣਾ ਕੰਟਰੀ ਬਣਾਇਆ, ਉਹਨਾਂ ਨੇ ਲੱਭ ਕੇ ਜਿਹੜੇ ਮਰ ਗਏ ਸੀ ਉਹਨਾਂ ਤੇ ਵੀ ਕੇਸ ਲਾ ਕੇ ਉਹਨਾਂ ਨੇ ਦਿਖਾਇਆ। ਇਹ ਆ ਆਪਣਾ ਰਾਜ ਹੋਣ ਦੀ, ਆਪਣੀ ਸ਼ਕਤੀ ਹੋਣ ਦੀ, ਇਹ ਫਾਇਦੇ ਨੇ ਤੁਹਾਡੇ ਕੋਲ। ਕਿਉਂਕਿ ਤੁਸੀਂ ਕਦ ਤੱਕ ਇਨਸਾਫ ਭਿਖਾਰੀਆਂ ਵਾਂਗੂ ਮੰਨਦੇ ਰਹੋਗੇ? ਇਹੀ ਕਰ ਰਹੇ ਹਾਂ ਅਸੀਂ। ਇੰਨੇ ਕੇਸ ਹੋਏ, ਫੁਲਕਾ ਜੀ ਨੇ ਵੀ ਲੜੇ। ਮੈਨੂੰ ਪਿਛਲੇ ਸਾਲ ਯਾਦ ਆ, ਮੈਨੂੰ ਕਾਨਪੁਰੋਂ ਕਿਸੇ ਨੇ ਮੇਰਾ ਨੰਬਰ ਲੈ ਕੇ ਮੈਨੂੰ ਫੋਨ ਕੀਤਾ। ਮੈਨੂੰ ਕਹਿੰਦੇ ਕਿ ਤੁਸੀਂ ਜੀ ਇੱਕ ਬਿਆਨ ਦੇ ਦਿਓ ਬੀਜੇਪੀ ਦੇ ਹੱਕ 'ਚ, ਤੇ ਅਸੀਂ ਤੁਹਾਨੂੰ ਮਾਇਆ ਦਵਾ ਦਾਂਗੇ ਤੇ ਵਧੀਆ ਹੋ ਜਾਊਗਾ, ਬੀਜੇਪੀ ਬਹੁਤ ਸਿੱਖਾਂ ਦੇ ਹਾਮੀ ਹੈ। ਮੈਂ ਕਿਹਾ ਭਾਜੀ, ਤੁਸੀਂ ਤੇ ਇਲੈਕਸ਼ਨਾਂ ਲੜਨੀਆਂ ਬੀਜੇਪੀ ਤੋਂ, ਤੇ ਜਿਨ੍ਹਾਂ ਨਾਲ ਤੁਸੀਂ ਫੋਟੋ ਪਾਈ ਆ ਉਹ ਪਹਿਲਾਂ ਕਾਂਗਰਸ ਸੀ, ਹੁਣ ਬੀਜੇਪੀ ਦਾ MLA ਆ। ਜਿੰਨੇ ਸਾਡੀ ਲੋਕੈਲਿਟੀ 'ਚ ਸਿੱਖਾਂ ਦੀਆਂ ਦੁਕਾਨਾਂ ਸਾੜੀਆਂ ਸੀ, ਉਹੀ ਬੰਦਾ ਸੀ ਉਹ। ਜਿੱਦਣ ਦਰਬਾਰ ਸਾਹਿਬ ਤੇ ਅਟੈਕ ਹੋਇਆ, ਉਸ ਬੰਦੇ ਨੇ ਲੱਡੂ ਵੰਡੇ ਸੀ। ਮੈਂ ਕਿਹਾ ਤੁਸੀਂ ਤੇ ਅੱਖਾਂ ਬੰਦ ਕਰਕੇ ਬੈਠੇ ਹੋ, ਮੈਨੂੰ ਨਾ ਤੇ ਕੋਈ, ਜੇ ਉਹ ਕਹਿੰਦਾ, ਮੈਂ ਕਿਹਾ ਤੁਸੀਂ ਮੈਨੂੰ ਮੁੱਲ ਪਾ ਦਿਓ, ਜਿਹੜੇ ਬੰਦੇ ਮੈਨੂੰ ਚਾਹੀਦੇ ਨੇ ਮੈਂ ਤੁਹਾਨੂੰ 1-2 ਕਰੋੜ ਦੇ ਦੂੰਗਾ, ਇੰਨੀ ਮੇਰੀ ਸਮਰੱਥਾ ਹੈਗੀ ਆ। ਮੈਂ ਤੁਹਾਨੂੰ ਜਿੰਨੇ ਪੈਸੇ ਤੁਸੀਂ ਦਿੰਦੇ ਹੋ ਮੈਂ ਤੁਹਾਨੂੰ ਡਬਲ ਕਰਕੇ ਦਊਂਗਾ, ਪਰ ਮੈਨੂੰ ਉਹ ਬੰਦੇ ਦੇ ਦਿਓ ਜਿਨ੍ਹਾਂ ਨੇ ਸਾਡੇ ਬੰਦਿਆਂ ਦੇ ਕਤਲ ਕੀਤੇ। ਜੇ ਇਨਸਾਫ ਦੇਣਾ ਨਾ, ਫਿਰ ਅਸੀਂ ਇਨਸਾਫ ਇੱਦਾਂ ਹੀ ਹੋਊਗਾ। ਸੋ ਸਾਨੂੰ ਇਹ ਵੇਖਣਾ ਪੈਣਾ ਵਾ। ਮੇਰਾ ਟਾਈਮ ਆਲਮੋਸਟ ਹੋ ਗਿਆ ਵਾ, ਮੈਂ ਕਨਕਲੂਡ ਕਰਾਂ ਕਿ ਜਿਹੜੀ ਐਰੋਗੈਂਸ ਆ, ਜਿਹੜੀ ਸਰਕਾਰ, ਜਿਹੜੀ
ਧਿਰ ਆ ਉਹਨਾਂ 'ਚ ਐਰੋਗੈਂਸ ਹੈ ਇੱਕ, ਕਿ ਹੁਣ ਤੁਸੀਂ ਦੇਖਿਆ ਮੋਰਚੇ ਲੱਗੇ ਹੋਏ ਨੇ, ਉਹਨਾਂ ਨੇ ਰੇਲ ਗੱਡੀਆਂ ਕਹਿੰਦੇ ਜਾਣ ਦਿਓ, ਉਹਨਾਂ ਨੇ ਆਪੇ ਹੀ ਬੰਦ ਕਰਤੀਆਂ। ਉਹਨਾਂ ਨੇ ਜਿਹੜੇ ਹੋਰ ਗਰੰਟਾਂ ਦਿੰਦੇ ਸੀ ਤੁਹਾਡੇ ਅਰਬਨ ਡਿਵੈਲਪਮੈਂਟ ਨੂੰ, ਉਹ ਵੀ ਬੰਦ ਕਰਤੀਆਂ। ਇਹ ਐਰੋਗੈਂਸ ਆ ਜਿਹੜੀ ਧਿਰ ਸਰਕਾਰ 'ਚ ਆ, ਉਹਦੀ ਐਰੋਗੈਂਸ ਆ ਕਿ ਅਸੀਂ ਤੁਹਾਡੇ ਮਾਸਟਰ ਹਾਂ, ਯੂ ਆਰ ਦ ਸਲੇਵਸ। ਅਤੇ ਇਹ ਗੱਲ ਦਸੰਬਰ 1984 ਵਿੱਚ ਦੇਸ਼ਮੁਖ ਨਾਨਾ ਜੀ, ਜਿਹੜਾ ਕਿ RSS ਦਾ ਆਈਡੀਓਲੋਗ ਸੀ, ਜਿਹਨੂੰ ਮੋਦੀ ਸਰਕਾਰ ਨੇ ਭਾਰਤ ਰਤਨ ਵੀ ਦਿੱਤਾ, ਉਹਨੇ ਆਪਣੀ ਲਿਖਤ 'ਚ ਇਹ ਗੱਲ ਕਲੀਅਰਲੀ ਲਿਖੀ ਸੀ ਕਿ ਜੇ ਸਿੱਖਾਂ ਨੇ ਮੈਜੋਰਿਟੀ ਦੇ ਨਾਲ ਰਹਿਣਾ ਹੈ ਅਤੇ ਮੈਜੋਰਿਟੀ ਦੇ ਜਿਹੜੇ ਉਹਨਾਂ ਦੇ ਜਿਹੜੇ ਖਿਆਲ ਰੱਖ ਕੇ ਰਹਿਣਾ ਪਊਗਾ, ਮਤਲਬ ਤੁਹਾਨੂੰ ਸੈਕੰਡ ਕਲਾਸ ਸਿਟੀਜ਼ਨ ਬਣ ਕੇ ਹੀ ਰਹਿਣਾ ਪੈਣਾ। ਸੋ ਇਹ ਸਾਡੀ ਕੌਮ ਡਿਸਾਈਡ ਕਰ ਲੇ ਕਿ ਅਸੀਂ ਸੈਕੰਡ ਕਲਾਸ ਸਿਟੀਜ਼ਨ ਬਣ ਕੇ ਰਹਿਣਾ, ਕਿ ਆਪਣਾ ਰਾਜ ਬਣਾ ਕੇ ਆਪਣੀ ਪ੍ਰਭੂ ਸੱਤਾ ਕਾਇਮ ਕਰਕੇ ਅਸੀਂ ਆਪਣੇ 'ਤੇ ਹੋਏ ਜਿੰਨੇ ਵੀ ਜੈਨੋਸਾਈਡ ਹੈ ਉਹਨਾਂ ਦਾ ਇਨਸਾਫ ਲੈਣਾ ਹੈ। ਸਿੱਖ ਕਦੀ ਬਦਲਾ ਨਹੀਂ ਲੈਂਦਾ, ਸਿੱਖਾਂ ਦੇ ਵਿੱਚ ਕਦੀ ਜੈਨੋਸਾਈਡਲ ਇੰਪਲਸ ਨਹੀਂ ਹੁੰਦੀ। ਇਹਦਾ ਮੈਂ ਇੱਕ ਬਹੁਤ ਹੁਣੇ ਹੀ ਜਿਹੜਾ ਕਰੋਨਾ ਵਾਇਰਸ ਹੋਇਆ ਵਾ, ਜਿਸ ਦਿੱਲੀ ਦੇ ਸੜਕਾਂ 'ਤੇ ਸਾਡੀਆਂ ਇੱਜ਼ਤਾਂ ਰੋਲੀਆਂ ਗਈਆਂ, ਸਾਡੇ ਘਰ ਸਾੜੇ ਗਏ, ਉਸੇ ਹੀ ਦਿੱਲੀ ਦੀ ਸੜਕਾਂ 'ਤੇ ਸਿੱਖਾਂ ਨੇ ਲੰਗਰ ਵਰਤਾ ਕੇ ਇਹ ਦਿਖਾਇਆ ਕਿ ਅਸੀਂ ਕਿਸੇ ਪਰਸਨ ਨਾਲ ਵੈਰ ਨਹੀਂ ਰੱਖਦੇ। ਪਰ ਜਿਹੜੀ ਵੀ ਸਰਕਾਰ ਨੇ ਸਾਡੇ 'ਤੇ ਭਾਜੀ ਮੋੜੀ ਆ ਪਾਈ ਆ, ਅਸੀਂ ਉਹਦੀ ਭਾਜੀ ਮੋੜੀ ਆ। ਅਤੇ ਮੇਰੇ ਕਈ ਜਿਹੜੇ ਸਾਡੇ ਪ੍ਰਚਾਰਕ ਵੀ ਆ, ਉਹ ਵੀ ਕਈ ਵਾਰੀ ਇਹ ਕਹਿ ਦਿੰਦੇ ਆ ਕਿ ਸਿੱਖਾਂ ਨੂੰ ਪੜ੍ਹ ਲਿਖਣਾ ਚਾਹੀਦਾ, ਬੜੇ ਚੰਗੇ ਪੋਜੀਸ਼ਨਾਂ 'ਤੇ ਆ ਜਾਣਾ ਚਾਹੀਦਾ ਵਾ, ਅਤੇ ਤਦ ਅਸੀਂ ਇਨਸਾਫ ਲੈ ਲਾਂਗੇ। ਮੈਂ ਖਿਆਲ ਅਸੀਂ ਫਿਰ ਹਿਸਟਰੀ ਤੋਂ ਸਿੱਖਿਆ ਨਹੀਂ ਕਿ ਤੁਸੀਂ ਨੋਬਲ ਪ੍ਰਾਈਜ਼ ਦੀ ਲਿਸਟ ਦੇਖ ਲਓ, ਜਿਊਸ ਤੋਂ ਜ਼ਿਆਦਾ ਪੜ੍ਹਿਆ ਲਿਖਿਆ ਹੈ, ਸਭ ਤੋਂ ਜ਼ਿਆਦਾ ਨੋਬਲ ਪ੍ਰਾਈਜ਼ ਉਹਨਾਂ ਨੂੰ ਮਿਲਦੇ ਨੇ। ਅਲਬਰਟ ਆਈਨਸਟਾਈਨ ਉਦੋਂ ਹੀ ਹੋਇਆ ਸੀ ਜਦੋਂ ਜੈਨੋਸਾਈਡ ਹੋਇਆ ਸੀ ਉਹਨਾਂ ਦਾ। ਅਤੇ ਪੜ੍ਹਾਈਆਂ ਲਿਖਾਈਆਂ ਇਹ ਜਿਹੜੀ ਜੈਨੋਸਾਈਡਲ ਇੰਪਲਸ ਆ, ਇਹਨੂੰ ਬਚਾ ਨਹੀਂ ਸਕਦੀ। 1971 'ਚ ਜਗਜੀਤ ਸਿੰਘ ਅਰੋੜਾ, ਜਿਹਨੂੰ ਕਿ ਦੇਸ਼ ਦਾ ਬਹੁਤ ਹੀ ਬਰੇਵ ਬੰਦਾ ਕਿਹਾ ਗਿਆ ਸੀ, ਜਿਹਨੇ ਜੰਗ ਜਿੱਤ ਕੇ ਦਿੱਤੀ ਸੀ, 84 'ਚ ਉਹ ਵੀ ਆਪਣੇ ਗਵਾਂਢੀਆਂ ਦੇ ਘਰ ਲੁੱਕ ਕੇ ਜਾਨ ਬਚਾਈ ਸੀ ਉਹਨੇ। ਏਅਰ ਮਾਰਸ਼ਲ ਅਰਜਨ ਸਿੰਘ ਤੋਂ ਵੱਡਾ ਅਸੀਂ ਕਿਹੜਾ ਪੈਦਾ ਕਰ ਲਾਂਗੇ। ਉਹਨੀ ਦੀ ਲਿਖਤ ਪੜ੍ਹੋ, ਉਹਨਾਂ ਨੇ ਕਿੱਦਾਂ ਆਪਣੀ ਜਾਨ ਬਚਾਈ ਸੀ। ਅਤੇ ਜਦੋਂ ਇਹ ਜੈਨੋਸਾਈਡ ਹੁੰਦੇ ਆ, ਉਦੋਂ ਜਿਹੜਾ ਤੁਹਾਡਾ ਦੁਸ਼ਮਣ ਆ, ਉਹ ਇਹ ਨਹੀਂ ਦਿਖਦਾ ਕਿ ਤੁਸੀਂ ਕਾਂਗਰਸੀ ਹੋ, ਤੁਸੀਂ BJP ਵਾਲੇ ਹੋ, ਤੁਸੀਂ ਆਪ ਵਾਲੇ ਹੋ। ਉਹ ਸਿਰਫ ਇਹੀ ਦਿਸਦਾ ਤੇ ਤੁਹਾਡੇ ਮੂੰਹ 'ਤੇ ਦਾੜਾ ਵਾ ਅਤੇ ਤੁਹਾਡੇ ਸਿਰ 'ਤੇ ਪੱਗ ਆ। ਉਹ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਕਰਦਾ ਤੁਹਾਨੂੰ ਮਾਰਨ ਵਾਸਤੇ। ਸੋ ਸਾਡੇ ਜਿਹੜੇ ਭਰਾ ਨੇ, ਜਿਹੜੇ ਅਜੇ ਵੀ ਇਸ ਗੱਲ ਨੂੰ ਨਹੀਂ ਮੰਨਣ ਨੂੰ ਤਿਆਰ ਕਿ ਸਲਿਊਸ਼ਨ ਇਹਦਾ ਇੱਕ ਆ, ਸਾਨੂੰ ਆਪਣੀ ਪ੍ਰਭੂ ਸੱਤਾ ਕੰਮ ਕਰਨੀ ਪੈਣੀ ਆ, ਆਪਣਾ ਰਾਜ ਰਹਿਣਾ ਪੈਣਾ। ਇਹ ਰੋਜ਼-ਰੋਜ਼ ਛੋਟੇ-ਛੋਟੇ ਮੋਰਚੇ ਲਾਉਣ ਤੋਂ ਚੰਗਾ ਇੱਕ ਵਾਰੀ ਇੱਕ ਮੋਰਚਾ ਆਰ-ਪਾਰ ਦੀ ਲੜਾਈ ਆਪਾਂ ਲੜੀਏ। ਇਹ ਰੋਜ਼-ਰੋਜ਼ ਖੁਦਕੁਸ਼ੀਆਂ ਵੀ ਕਰਦੇ ਪਏ ਹਾਂ, ਅਸੀਂ ਬਿਮਾਰੀਆਂ ਨਾਲ ਵੀ ਮਰਦੇ ਪਏ ਹਾਂ, ਅਸੀਂ ਪਾਣੀ ਵੀ ਲੁੱਟਿਆ ਜਾ ਰਿਹਾ, ਸਾਡਾ ਸਾਰਾ ਕੁਝ ਤਬਾਹ ਕੀਤਾ ਜਾ ਰਿਹਾ ਹੈ। ਹੁਣ ਅਸੀਂ ਕਦੋਂ ਜਾਗਾਂਗੇ? ਕਈ ਵਾਰੀ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਕਿ ਉਹ ਹੋਰ ਤੁਹਾਡੇ ਨਾਲ ਕੀ ਕਰਨਗੇ, ਤੁਸੀਂ ਸਮਝ ਜਾਓ। ਉਹਨਾਂ ਨੇ 78 ਤੋਂ ਲੈ ਕੇ 95 ਤੱਕ ਤੁਹਾਡਾ ਫਿਜ਼ੀਕਲੀ ਜੈਨੋਸਾਈਡ ਕੀਤਾ, ਫਿਜ਼ੀਕਲ ਐਲੀਮੀਨੇਸ਼ਨ। 95 ਤੋਂ ਲੈ ਕੇ ਹੁਣ ਤੱਕ ਤੁਹਾਡਾ ਕਲਚਰਲ ਐਸੀਮੀਲੇਸ਼ਨ ਕਰ ਰਹੇ ਨੇ। ਜਿਹੜੇ ਪਹਿਲਾਂ ਸਾਡੇ ਦੁਸ਼ਮਣ ਸਨ, ਉਦੋਂ ਇੱਕ ਸੀ ਕਿ ਇਹ ਸਾਡੇ ਦੁਸ਼ਮਣ ਆ, ਇਹਨਾਂ ਨੇ ਸਾਨੂੰ ਮਾਰਨਾ, ਸਾਨੂੰ ਫੰਡਾ ਸਾਡਾ ਬਿਲਕੁਲ ਕਲੀਅਰ ਸੀ। ਪਰ ਹੁਣ ਜਿਹੜੀ ਸਾਡੀ ਕੌਮ ਇੱਕ ਦੁਬਿਧਾ 'ਚ ਪਈ ਹੋਈ ਆ, 84 ਜੂਨ ਦਾ ਹਮਲਾ ਹੋਣ ਤੋਂ ਬਾਅਦ, ਜਦੋਂ ਵੀ ਸਿੱਖਾਂ 'ਤੇ ਕਦੀ ਇਤਿਹਾਸਿਕ ਜੇ ਆਪਾਂ ਪੜ੍ਹੀਏ, ਕਦੀ ਵੀ ਹਮਲਾ ਹੋਇਆ, ਕੌਮ ਇਕਮੁੱਠ ਹੋਈ। ਪਰ 84 ਜੂਨ ਤੋਂ ਬਾਅਦ ਕੌਮ ਇਕਮੁੱਠ ਨਹੀਂ ਹੋਈ। ਸਾਡੇ ਕੁਛ ਹੀ ਸਾਡੇ ਭਰਾਵਾਂ ਨੇ ਇਹ ਸੋਚਣਾ ਸ਼ੁਰੂ ਕਰਤਾ ਕਿ ਜਰਨੈਲ ਸਿੰਘ ਨੇ ਕੋਈ ਗਲਤੀ ਤੇ ਨਹੀਂ ਕਰਤੀ ਸੀ ਕਿ ਇਹਨਾਂ ਨੇ ਹਮਲਾ ਕੀਤਾ। ਉਹਨਾਂ ਦੇ ਮਨ 'ਚ ਦੁਵਿਧਾ ਆਈ ਕਿ ਸਾਡੇ ਕੋਲ ਕੋਈ ਗਲਤੀ ਤੇ ਨਹੀਂ ਹੋ ਗਈ ਸੀ। ਸੋ ਗੁਰੂ ਪਿਆਰਿਓ, ਸਾਨੂੰ ਇਹ ਗੱਲ, ਇਹ ਮੈਸੇਜ ਆਪਣੇ ਪਰਿਵਾਰ ਆ ਜਿਹੜੇ ਇੰਡੀਆ 'ਚ ਰਹਿੰਦੇ ਨੇ ਉਹਨਾਂ ਤੱਕ ਪਹੁੰਚਾਉਣਾ ਪੈਣਾ ਕਿ ਸਲਿਊਸ਼ਨ ਇੱਕ ਹੀ ਹੈ ਇਹਦਾ, ਆਜ਼ਾਦੀ। ਇਹ ਅਸੀਂ ਅੱਜ ਲੈ ਲਈਏ, ਇੱਕ ਦੋ ਜੈਨੋਸਾਈਡ ਹੋਰ ਕਰਾਉਣ ਤੋਂ ਬਾਅਦ ਲੈ ਲਈਏ, ਜਾਂ ਜਿੱਦਾਂ ਮਰਜ਼ੀ ਲੈ ਲਈਏ, ਪਰ ਸਲਿਊਸ਼ਨ ਇੱਕ ਹੀ ਹੈ ਇਹਦਾ, ਆਜ਼ਾਦੀ, ਆਪਣਾ ਘਰ। ਅਤੇ ਜਿੱਦਾਂ ਪੰਜਾਬੀ 'ਚ ਕਹਿੰਦੇ ਆ, ਜਿਹੜੀ ਬੀਬੀ ਦੇ ਪੇਕੇ ਤਗੜੇ ਨਾ ਹੁਣ ਉਹ ਸਹੁਰੇ ਵੀ ਵਸ ਨਹੀਂ ਸਕਦੀ। ਅਤੇ ਜੇ ਸਾਡੇ ਕੋਲ ਆਪਣਾ ਘਰ ਹੋਊਗਾ, ਮਜਾਲ ਆ ਸਾਡੇ ਸਿੱਖ ਭਾਵੇਂ ਕਿਤੇ ਵੀ ਕਿਸੇ ਵੀ ਕੰਟਰੀ 'ਚ ਬੈਠੇ ਆ, ਉਹਨਾਂ ਵਾਹ ਵੱਲ ਵੀ ਕੋਈ ਦੇਖ ਜੇ। ਸੋ ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਦਾਸ ਕੋ ਬੋਲਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਜੀ। ਅਰਦਾਸ ਕਰਨਾ ਗੁਰੂ ਸਾਹਿਬ ਸਮੱਥ ਬਖਸ਼ਣ, ਕੌਮ ਪੰਥ ਦੀ ਸੇਵਾ ਕਰਦੇ ਰਹੀਏ ਇੱਦਾਂ ਹੀ, ਜਿੰਨਾ ਵੀ ਦਿਲ ਫੁੱਲ ਕਰ ਸਕਦੇ ਹਾਂ ਆਪਾਂ। ਦਾਸ ਕੋਈ ਬੁਲਾਰਾ ਨਹੀਂ ਹੈ, ਬੋਲਦਿਆਂ
ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਇਹ ਸਨ ਭਾਈ ਹਰਵਿੰਦਰ ਸਿੰਘ ਜੀ, ਜਿਨ੍ਹਾਂ ਨੇ ਆਪਣੀ ਹੱਡ ਬੀਤੀ, ਮੈਂ ਸਮਝਦਾ ਜਦ ਤੱਕ ਤੁਹਾਡੇ ਤੇ ਉਹ ਆਪ ਵਰਤਾਰਾ ਨਹੀਂ ਹੁੰਦਾ, ਤੁਹਾਡਾ ਆਪਣਾ, ਉਹ ਕਹਿੰਦੇ ਨੇ ਕਿ ਜਦ ਤੱਕ ਪ੍ਰੋਬਲਮ ਨਿੱਜੀ ਨਹੀਂ ਨਾ ਹੁੰਦੀ,